ਮਾਝ ਮਹੱਲਾ ਪੰਜਵਾ। ਚੌਪਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਸੋ ਇਹ ਜਿਹੜਾ ਵਿਰਹੋਂ ਵਿਛੋੜੇ ਦਾ ਸ਼ਬਦ ਹੈ, ਭਾਵ ਵਿਰਹੋਂ ਤੋਂ ਬਾਅਦ ਮਿਲਾਪ ਦਾ ਸ਼ਬਦ ਸਤਿਗੁਰਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਬੈਠਿਆਂ ਉਦਾਸੀ ਰੂਪ ਵਿੱਚ 4 ਚਿੱਠੀਆਂ ਰੂਪ ਵਿੱਚ ਉਚਾਰਨਾ ਕੀਤਾ ਸੀ। ਮਾਝ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਮਹਾਰਾਜ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਚੌਪਦੇ 4-4 ਪੌੜੀਆਂ ਦਾ ਸ਼ਬਦ, 4 ਪੌੜੀਆਂ ਦਾ ਕੁੱਲ ਘਰ ਪਹਿਲਾ, ਪਹਿਲੇ ਘਰ ਸੁਰਤਾਰ ਗਾਉਣ ਦਾ ਹੁਕਮ ਹੈ। ਸੋ ਜਦੋਂ ਜਿਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਵੱਡੇ ਭਰਾਤਾ ਭਾਈ ਸੰਘਾਰੀ ਮੱਲ ਜੀ, ਉਹਨਾਂ ਨੇ ਲਾਹੌਰੋਂ ਅੰਮ੍ਰਿਤਸਰ ਸਾਹਿਬ ਆ ਕੇ ਆਪ ਜੀ ਪਾਸ ਬੇਨਤੀ ਕੀਤੀ ਕਿ ਆਪ ਜੀ ਦੇ ਭਤੀਜੇ ਦਾ ਵਿਆਹ ਹੈ, ਮੇਰੀ ਪ੍ਰਾਰਥਨਾ ਪ੍ਰਵਾਨ ਕਰਕੇ ਗ੍ਰਹਿ ਵਿਖੇ ਚਰਨ ਪਾਓ, ਆਪ ਕਿਰਪਾ ਕਰਕੇ ਮੇਰਾ ਕਾਰਜ ਚੰਗੀ ਤਰ੍ਹਾਂ ਨਿਭ ਜਾਵੇ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰੂ ਮਹਾਰਾਜ ਪਹਿਲਾਂ ਤਾਂ ਚੁੱਪ ਰਹੇ, ਫਿਰ ਬਚਨ ਕਿਹਾ, ਭਰਾਤਾ ਜੀ ਤੁਹਾਡਾ ਕਹਿਣਾ ਤਾਂ ਠੀਕ ਹੈ, ਪਰ ਇਹ 'ਚ ਇੱਕ ਮੁਸ਼ਕਿਲ ਹੈ, ਜੇ ਅਸੀਂ ਤੁਹਾਡੇ ਨਾਲ ਚਲੇ ਗਏ ਸੰਗਤਾਂ ਵੀ ਸਾਡੇ ਪਿੱਛੇ ਲਾਹੌਰ ਜਾਣਗੀਆਂ। ਸੋ ਅਸੀਂ ਇਹ ਕਹਿੰਦੇ ਹਾਂ ਕਿ ਵਿਆਹ ਦੇ ਸਮੇਂ ਤਾਂ ਜਾਨੀਆਂ ਮਾਨੀਆਂ ਦੀ ਬੜੀ ਭੀੜ ਹੋਣੀ ਹੈ, ਤੇ ਇਸ ਲਈ ਤੁਸੀਂ ਸੰਗਤ ਨੂੰ ਸਾਂਭੋਗੇ ਜਾਂ ਫਿਰ ਵਿਆਹ ਦੇ ਕਾਰਜ ਕਰੋਗੇ ਆਪਣੇ। ਇਸ ਕਰਕੇ ਸਾਡਾ ਕਹਿਣਾ ਮੰਨ ਕੇ ਸਾਨੂੰ ਨਾ ਲਿਜਾਓ, ਇੱਥੇ ਰਹਿਣ ਦਿਓ ਤੇ ਸਾਡੇ ਵੱਡੇ ਸਪੁੱਤਰ ਪਿਰਥੀ ਚੰਦ ਨੂੰ ਆਪਣੇ ਨਾਲ ਲੈ ਜਾਓ, ਸਾਰੇ ਕਾਰਜ ਰਾਸ ਹੋ ਜਾਣਗੇ। ਭਾਈ ਸੰਹਾਰੀ ਮੱਲ ਜੀ ਕਹਿਣਾ ਮੰਨ ਗਏ ਤੇ ਸਤ ਬਚਨ ਕਰਦਿਆਂ ਕਿਹਾ, ਜਿਵੇਂ ਆਪ ਜੀ ਦਾ ਹੁਕਮ ਹੋਵੇ। ਤਾਂ ਉਸ ਵੇਲੇ ਸਤਿਗੁਰਾਂ ਨੇ ਪਿਰਥੀ ਚੰਦ ਨੂੰ ਬੁਲਾਵਾ ਭੇਜਿਆ। ਜਿਸ ਵੇਲੇ ਆਇਆ ਤਾਂ ਕਿਹਾ, ਪੁੱਤਰ ਜੀ ਆਪ ਜੀ ਤਾਇਆ ਜੀ ਤੁਹਾਡੇ ਆਏ ਨੇ, ਲਾਹੌਰੋਂ ਚੱਲ ਕੇ ਆਏ ਨੇ ਇੱਥੇ ਆਪਣੇ ਕੋਲ ਬੜੇ ਮਾਣ ਨਾਲ। ਸੋ ਇਸ ਵਿਆਹ ਦੇ ਸਮੇਂ ਤੇ ਸਾਡਾ ਜਾਣਾ ਮੁਸ਼ਕਲ ਹੈ, ਕਿਉਂਕਿ ਸੰਗਤ ਬਹੁਤੀ ਹੁੰਦੀ, ਖਰਚਾ ਇਹਨਾਂ ਦਾ ਬਹੁਤ ਹੋ ਜਾਣਾ, ਇਹਨਾਂ ਨੇ ਕਰਜ਼ਾਈ ਹੋ ਜਾਣਾ। ਫਿਰ ਤੁਸੀਂ ਤਾਇਆ ਜੀ ਨਾਲ ਜਾ ਕੇ ਵਿਆਹ ਦਾ ਕੰਮ ਸਾਰਾ ਨਿਭਾ ਕੇ ਆਓ, ਤੁਸੀਂ ਸਿਆਣੇ ਹੋ, ਵੱਡੇ ਹੋ। ਪਰ ਇੱਧਰ ਤਾਂ ਹੋਰ ਹੀ ਰੰਗ ਵਰਤ ਗਏ, ਕਿਉਂਕਿ 24 ਘੰਟੇ ਮਾਇਆ ਵਿੱਚ ਮਨ ਫਸਿਆ ਹੋਇਆ ਪਿਰਥੀਏ ਦਾ। ਮਾਇਆ ਦਾ ਲਾਲਚ ਬਹੁਤ ਬੁਰਾ ਹੁੰਦਾ। ਸੋ ਇਹ ਤਾਂ ਗੁਰੂ ਪੀਰ ਮਾਤਾ ਪਿਤਾ ਦਾ ਸਤਿਕਾਰ ਤੇ ਉਹਨਾਂ ਦਾ ਆਗਿਆ ਮੰਨਣ ਦੇ ਫਰਜ਼ ਨੂੰ ਵੀ ਭੁਲਾ ਦਿੰਦਾ। ਸੋ ਇਸੇ ਕਾਰਨ ਕਰਕੇ ਪਿਰਥੀ ਚੰਦ ਦੇ ਉੱਪਰ ਮਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਬਚਨ ਤਾਂ ਮੰਨਣਾ ਕਿਤੇ ਰਿਹਾ, ਸਾਫ਼ ਹੀ ਜਵਾਬ ਦੇਤਾ, ਮੈਂ ਨਹੀਂ ਜਾ ਸਕਦਾ ਜੀ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਪੁੱਤਰ ਜੀ ਤੂੰ ਹੀ ਘਰ 'ਚ ਵੱਡਾ ਹੈ, ਇਸ ਲਈ ਸਾਡੀ ਥਾਂ ਤੇਰਾ ਜਾਣਾ ਬਣਦਾ, ਨਾ ਕਰ, ਜਾ ਕੇ ਸਾਰਾ ਕੰਮ ਨਿਭਾ ਉੱਥੇ। ਪਰ ਫਿਰ ਵੀ ਪਿਰਥੀ ਚੰਦ ਨੇ ਜਵਾਬ ਦੇਤਾ, ਨਾ ਕਰਤੀ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਤੀਸਰੀ ਵਾਰ ਜ਼ੋਰ ਦੇ ਕੇ ਕਿਹਾ, ਪੁੱਤਰ ਸਾਡਾ ਕਿਹਾ ਨਾ ਮੋੜ, ਤੈਨੂੰ ਤਾਇਆ ਜੀ ਨਾਲ ਲਾਹੌਰ ਜ਼ਰੂਰ ਜਾਣਾ ਪੈਣਾ, ਉੱਥੇ ਜਾ ਕੇ ਸਾਰੇ ਕਰਮ ਕਰਨੇ ਨੇ। ਪਰ ਇੱਧਰ ਤਾਂ ਹੋਰ ਹੀ ਮਨੋਭਾਵ ਸੀ, ਜੋ ਕੁਝ ਅੰਦਰ ਸੀ ਉਹ ਹੁਣ ਤੀਸਰੀ ਵਾਰੀ ਕਹਿਣ ਕਰਕੇ ਬਾਹਰ ਆ ਗਿਆ। ਕਹਿਣ ਲੱਗਿਆ, ਪਿਤਾ ਜੀ ਸੰਗਤਾਂ ਦੀ ਆਵਾਜਾਈ ਕਾਫੀ ਰਹਿੰਦੀ ਹੈ, ਜਿਸ ਕਰਕੇ ਭੇਟਾ ਵੀ ਕਾਫੀ ਆਉਂਦੀ ਹੈ, ਤੇ ਉਹ ਸੰਭਾਲਣੀ ਹੁੰਦੀ ਹੈ, ਮੇਰੇ ਸਿਰ ਬਹੁਤ ਸਾਰੇ ਕੰਮਕਾਰ ਨੇ, ਇਸ ਲਈ ਮੈਂ ਤਾਂ ਕਿਸੇ ਹਾਲਤ 'ਚ ਜਾ ਨਹੀਂ ਸਕਦਾ। ਤੇ ਨਾਲੇ ਮੈਂ ਸੰਗਤ ਨੂੰ ਦੇਖੋ ਜੀ ਲੰਗਰ ਵੀ ਛਕਾਉਣੇ ਆ ਅਸੀਂ, ਉਹ ਵੀ ਇੰਤਜ਼ਾਮ ਕਰਨੇ ਨੇ, ਮੰਜੇ ਬਿਸਤਰੇ ਵੀ ਦੇਣੇ ਹੁੰਦੇ ਨੇ। ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਹੀ ਸਾਰਾ ਕੰਮ ਚਲਾਉਂਦਾ। ਕਹਿੰਦਾ ਕਿਰਪਾ ਕਰਕੇ ਦੂਸਰਿਆਂ ਨੂੰ ਭੇਜ ਦਿਓ, ਮਹਾਦੇਵ ਜੀ ਨੂੰ ਭੇਜ ਦਿਓ। ਜਦੋਂ ਸਾਫ਼ ਹੀ ਜਵਾਬ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਕਾਰਲੇ ਪੁੱਤਰ ਮਹਾਦੇਵ ਜੀ ਨੂੰ ਬੁਲਾਇਆ। ਕਹਿਣ ਲੱਗੇ, ਪੁੱਤਰ ਜੀ ਤੁਸੀਂ ਜਾਓ ਤਾਇਆ ਜੀ ਨਾਲ, ਸਾਰਾ ਕੰਮ ਤੁਸੀਂ ਕਰਵਾਇਓ ਜਾ ਕੇ। ਉਸ ਵਕਤ ਮਹਾਦੇਵ ਜੀ ਸਤਿਗੁਰਾਂ ਦੀ ਕਸਵੱਟੀ 'ਚ ਪੂਰੇ ਨਾ ਉਤਰ ਸਕੇ, ਅਲਮਸਤ ਰਹਿੰਦੇ ਸੀ ਹਮੇਸ਼ਾ। ਸਤਿਗੁਰੂ ਰੂਪ ਪਿਤਾ ਦਾ ਬਚਨ ਨਾ ਮੰਨਿਆ। ਕਹਿੰਦੇ ਜੀ ਕੌਣ ਤਾਇਆ, ਕੌਣ ਚਾਚਾ, ਕੌਣ, ਬਸ ਆਨੰਦ ਹੈ ਸਭ, ਕੋਈ ਰਿਸ਼ਤੇਦਾਰੀ ਨਹੀਂ ਹੁੰਦੀ। ਬ੍ਰਹਮ ਗਿਆਨੀ ਬਣ ਗਏ ਉਸੇ ਵਕਤ। ਇਹਨਾਂ ਦੋਹਾਂ ਨੂੰ ਪਰਖ ਕੇ ਅਖੀਰ ਆਗਿਆਕਾਰੀ ਸ਼ਾਂਤ ਸਰੂਪ ਸਰਵਗੁਣਾ ਸੰਪੰਨ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੁਲਾਵਾ ਭੇਜਿਆ। ਪਿਤਾ ਜੀ ਦਾ ਸੁਨੇਹਾ ਮਿਲਦਿਆਂ ਸਾਰਿਆਂ ਕੰਮਾਂ ਨੂੰ ਵਿੱਚੇ ਹੀ ਛੱਡ ਕੇ ਪਹੁੰਚ ਕੇ ਦੌੜ ਕੇ ਆਏ ਸਤਿਗੁਰਾਂ ਪਾਸ। ਹਾਂ ਜੀ ਪਿਤਾ ਜੀ ਹੁਕਮ। ਪਿਤਾ ਜੀ ਨੂੰ ਕਿਉਂਕਿ ਗੁਰੂ ਅਰਜਨ ਦੇਵ ਜੀ ਗੁਰੂ ਰੂਪ ਨਿਸ਼ਚੈ ਕਰਦਿਆਂ ਕੋਲ ਆਏ ਸੀ, ਇਹ ਨਹੀਂ ਕਿ ਮੇਰਾ ਪਿਤਾ ਹੈ। ਬਹੁਤੇ ਸਤਿਕਾਰ ਨਾਲ ਚਰਨਾਂ ਕਮਲਾਂ ਤੇ ਆ ਕੇ ਮੱਥਾ ਟੇਕਿਆ, ਫਿਰ ਉੱਠ ਕੇ ਤਾਇਆ ਜੀ ਨੂੰ ਨਮਸਕਾਰ ਕੀਤੀ। ਇਸ ਤਰ੍ਹਾਂ ਆਪ ਦਾ ਸੁਭਾਅ ਦੇਖ ਕੇ ਸੰਹਾਰੀ ਮੱਲ ਦੇ ਮਨ ਵਿੱਚ ਕੁਝ ਆਸ ਹੋਈ ਕਿ ਇਹ ਪਿਤਾ ਜੀ ਦਾ ਕਿਹਾ ਮੰਨ ਕੇ ਮੇਰੇ ਨਾਲ ਚੱਲ ਪੈਣਗੇ। ਇਹਨੇ ਨੂੰ ਜਦ ਹੱਥ ਜੋੜ ਕੇ ਸਾਹਮਣੇ ਖੜੇ ਹੋਏ ਤਾਂ ਸਤਿਗੁਰਾਂ ਨੇ ਕਿਹਾ, ਪੁੱਤਰ ਜੀ ਤਾਇਆ ਜੀ ਨਾਲ ਲਾਹੌਰ ਜਾ ਕੇ ਵਿਆਹ ਦਾ ਕਾਰਜ ਤੁਸੀਂ ਨਿਭਾ ਕੇ ਆਉਣਾ। ਇੱਧਰ ਤਾਂ ਆਗਿਆ ਦਾ ਮੰਨਣਾ ਹੀ ਅਸਲ ਮਨੋਰਥ ਹੁੰਦਾ। ਵੱਡਿਆਂ ਭਰਾਵਾਂ ਵਾਂਗ ਮੂੰਹੋਂ ਨਹੀਂ,
ਨਾ ਨਿਕਲੀ ਵੀ ਮੈਂ ਨਹੀਂ ਜਾਣਾ ਜੀ। ਨਮਸਕਾਰ ਕਰਦਿਆਂ ਕਿਹਾ ਜਿਵੇਂ ਆਪ ਦਾ ਹੁਕਮ ਹੋਵੇ। ਜਿਸ ਵੇਲੇ ਆਗਿਆ ਅਨੁਸਾਰ ਜਾਣ ਲੱਗੇ ਤਾਂ ਆਵਾਜ਼ ਦੇ ਕੇ ਖਿਲਾਰ ਲਿਆ, ਕਿਉਂਕਿ ਪਹਿਲੇ ਹੀ ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ਣ ਦਾ ਸੰਕਲਪ ਹੀ ਕੀਤਾ ਹੋਇਆ ਸੀ। ਹੁਣ ਪ੍ਰੀਖਿਆ ਦਾ ਵੇਲਾ ਸੀ। ਪਰ ਇੱਕ ਜਵਾਬ ਸਤਿਗੁਰੂ ਨੇ ਇਉਂ ਦਿੱਤਾ ਸੀ ਪੰਜਵੇਂ ਪਾਤਸ਼ਾਹ ਨੇ, ਜਿਵੇਂ ਸੂਰਜ ਪ੍ਰਕਾਸ਼ ਦੇ ਵਿੱਚ ਕਥਾ 'ਚ ਆਵੇਗਾ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਪਿਤਾ ਜੀ ਇਹ ਤਾਂ ਵਿਆਹ ਤੇ ਜਾਣਾ, ਜੇ ਕਿਤੇ ਸਿਰ ਦੇਣ ਵੀ ਜਾਣਾ ਹੋਵੇ ਨਾ ਜੀ ਤੇ ਮੈਂ ਤੁਹਾਡਾ ਬਚਨ ਮੰਨ ਕੇ ਜਾਊਂਗਾ, ਮੈਂ ਸਿਰ ਵੀ ਦੇਣ ਨੂੰ ਤਿਆਰ ਹਾਂ। ਉਦੋਂ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਸੀ ਕਿ ਕੌਣ ਹੈ ਆਗਿਆਕਾਰੀ ਤੇ ਕਿਹਨੂੰ ਅੱਗੇ ਬਖਸ਼ਿਸ਼ ਹੋਣੀ ਹੈ। ਉਸ ਵਕਤ ਪ੍ਰੀਖਿਆ ਦਾ ਵੇਲਾ ਜਾਣ ਕੇ ਫਿਰ ਕਿਹਾ, ਪੁੱਤਰ ਦੂਸਰਾ ਬਚਨ ਹੈ, ਜਦੋਂ ਤੱਕ ਅਸੀਂ ਤੁਹਾਨੂੰ ਵਾਪਸ ਨਾ ਬੁਲਾਈਏ ਉਦੋਂ ਤੱਕ ਵਾਪਸ ਅੰਮ੍ਰਿਤਸਰ ਨਹੀਂ ਆਉਣਾ। ਸਤ ਬਚਨ ਪਿਤਾ ਜੀ। ਮਨ ਵਿੱਚ ਥੋੜਾ ਜਿਹਾ ਵੀ ਸੰਕਲਪ ਨਹੀਂ ਲਿਆਂਦਾ ਕਿ ਮੈਨੂੰ ਤੋਰ ਰਹੇ ਨੇ, ਪਤਾ ਨਹੀਂ ਕਦੋਂ ਆਉਣਾ ਹੈ। ਬਹੁਤ ਖੁਸ਼ੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮੱਥਾ ਟੇਕ ਕੇ ਔਰ ਮਾਤਾ ਜੀ ਕੋਲੋਂ ਆਗਿਆ ਲੈ ਕੇ ਬੀਬੀ ਭਾਨੀ ਜੀ ਪਾਸੋਂ ਗੁਰੂ ਕੇ ਮਹਿਲ ਵਿੱਚ ਆਏ। ਘਰ ਵਿੱਚ ਆ ਕੇ ਮਾਤਾ ਨੇ ਦੱਸਿਆ ਕਿ ਮੈਂ ਪਿਤਾ ਜੀ ਦਾ ਹੁਕਮ ਅਨੁਸਾਰ ਤਾਇਆ ਜੀ ਦੇ ਨਾਲ ਉਹਨਾਂ ਦੇ ਲੜਕੇ ਦੇ ਵਿਆਹ ਤੇ ਜਾ ਰਿਹਾ, ਭਾਵ ਆਪਣੇ ਭਰਾਤਾ ਦੇ ਵਿਆਹ ਤੇ। ਇਹ ਗੱਲ ਸੁਣਦਿਆਂ ਸਾਰ ਪ੍ਰੇਮ ਭਰੀਆਂ ਸੀਸਾਂ ਦਿੱਤੀਆਂ। ਮਾਤਾ ਨੇ ਕਿਹਾ, ਪੁੱਤਰ ਜੀ ਤੂੰ ਧੰਨ ਹੈ, ਧੰਨਤਾ ਦੇ ਯੋਗ ਹੈ, ਤੂੰ ਸੋਢ ਬੰਸ ਦੀ ਰੱਖ ਦਿਖਾਈ। ਭਰੀ ਸੰਗਤ ਵਿੱਚ ਦੋਨਾਂ ਨੇ ਜਵਾਬ ਦੇਤਾ ਵੱਡਿਆਂ ਨੇ, ਜੇ ਤੂੰ ਵੀ ਅੱਜ ਵੱਡਿਆਂ ਪੁੱਤਰਾਂ ਵਾਂਗ ਪਿਤਾ ਦਾ ਕਿਹਾ ਨਾ ਮੰਨਦਾ ਤਾਂ ਗੁਰਤਾ ਗੱਦੀ ਸੋਢ ਬੰਸ ਤੋਂ ਬਾਹਰ ਚਲੀ ਜਾਣੀ। ਇਸ ਪ੍ਰਕਾਰ ਮਾਤਾ ਜੀ ਨੂੰ ਫਿਰ ਰੋਮ ਰੋਮ ਖੁਸ਼ ਦੇਖ ਕਰਕੇ ਸਥਿਤ ਹੋ ਕੇ ਅਸੀਸਾਂ ਦਿੱਤੀਆਂ, ਕਿਉਂਕਿ ਪਹਿਲਾਂ ਜਵਾਬ ਹੁੰਦੇ ਜੋ ਆਏ। ਸ਼੍ਰੀ ਚੰਦ ਜੀ ਲక్ష్ਮੀ ਦਾਸ ਕਰਕੇ ਅੱਗੇ ਦਾਸੂ ਤੇ ਦਾਤੂ ਹੁਣੇ ਵੀ ਇਹੀ ਜਵਾਬ ਦਿੰਦੇ ਆਉਂਦੇ ਸੀ। ਬਾਬਾ ਮੋਹਨ ਜੀ ਤੇ ਮੋਹਰੀ ਜੀ ਤਾਂ ਮੰਨ ਗਏ ਸੀ। ਇਸ ਤਰ੍ਹਾਂ ਥੋੜਾ ਜਿਹਾ ਹੁੰਦਾ ਕਿ ਕਿਤੇ ਸਾਰੇ ਹੀ ਨਾ ਜਵਾਬ ਦੇਣ, ਆਗਿਆਕਾਰੀ ਰਹਿਣਾ ਚਾਹੀਦਾ। ਬੀਬੀ ਭਾਨੀ ਜੀ ਤਾਂ ਬਚਨ ਲਿਆ ਹੋਇਆ ਸੀ ਕਿ ਸੋਢ ਬੰਸ ਵਿੱਚ ਗੁਰਤਾ ਗੱਦੀ ਰਹੇ। ਇਸ ਪ੍ਰਕਾਰ ਮਾਤਾ ਜੀ ਨੇ ਆਪ ਨੂੰ ਬਹੁਤ ਅਸੀਸਾਂ ਦਿੱਤੀਆਂ। ਕਹਿੰਦੇ ਤੈਨੂੰ ਨਿਮਖ ਮਾਤਰ ਵੀ ਵਾਹਿਗੁਰੂ ਦਾ ਨਾਮ ਨਾ ਵਿਸਰੇ, ਸਦਾ ਹੀ ਨਾਮ ਜਪਦਾ ਰਹੇ। ਗੁਰੂ ਨਾਨਕ ਪਾਤਸ਼ਾਹ ਤੇਰੇ ਅੰਗ ਸੰਗ ਸਹਾਈ ਹੋਵੇ। ਜਦੋਂ ਗੁਰੂ ਅਰਜਨ ਦੇਵ ਜੀ ਫਿਰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸੀ, ਉਦੋਂ ਤਾਈਓ ਫਿਰ ਇਹ ਸ਼ਬਦ ਉਚਾਰਨ ਕੀਤਾ ਕਿ ਮਾਤਾ ਜੀ ਨੇ ਮੈਨੂੰ ਇਹ ਉਪਦੇਸ਼ ਦਿੱਤਾ ਸੀ ਕਿ ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਪੋ, ਜਾ ਕਾ ਅੰਤ ਨਾ ਪਾਰੋ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ, ਹਰ ਹਰ ਸਦਾ ਭਜੋ ਜਗਦੀਸ਼। ਸੋ ਇਸ ਤਰ੍ਹਾਂ ਦੀਆਂ ਮਾਤਾ ਜੀ ਪਾਸੋਂ ਅਸੀਸਾਂ ਲੈ ਕੇ ਆਪ ਤਾਇਆ ਜੀ ਨਾਲ ਲਾਹੌਰ ਵੱਲ ਚੱਲ ਪਏ। ਲਾਹੌਰ ਵਿੱਚ ਜਾ ਕੇ ਪਿਤਾ ਰੂਪ ਗੁਰਾਂ ਦੀ ਬਖਸ਼ਿਸ਼ ਤੇ ਮਾਤਾ ਜੀ ਦੀਆਂ ਅਸੀਸਾਂ ਦਾ ਸਦਕਾ ਵਿਆਹ ਦਾ ਕਾਰਜ ਬਹੁਤ ਯੋਗਤਾ ਨਾਲ ਨਿਭਾਇਆ। ਸਮਰੱਥਾ ਸੀ ਸਾਰੀ ਹੋਈ ਵਿੱਚ। ਵਿਆਹ ਦੇ ਕਾਰਜ ਉਪਰੰਤ ਪਿਤਾ ਦੀ ਆਗਿਆ ਅਨੁਸਾਰ ਵਾਪਸ ਅੰਮ੍ਰਿਤਸਰ ਸਾਹਿਬ ਨਾ ਆਏ। ਸੋ ਉੱਥੇ ਲਾਹੌਰ ਵਿੱਚ ਹੀ ਦੀਵਾਨਖਾਨੇ ਰਹਿ ਕੇ ਆਪਣੇ ਪਵਿੱਤਰ ਬਚਨਾਂ ਦੁਆਰਾ ਲਾਹੌਰ ਦੀਆਂ ਸੰਗਤਾਂ ਨੂੰ ਨਿਹਾਲ ਤੇ ਕਿਰਤਾਰਥ ਕਰਦੇ ਰਹੇ। ਇਸ ਤਰ੍ਹਾਂ ਪਿਤਾ ਸਤਿਗੁਰਾਂ ਦੇ ਵਿਛੋੜੇ ਵਿੱਚ ਬੇਬਲ ਹੋਇਆਂ ਮਸਾਂ 7-8 ਮਹੀਨੇ ਬਿਤਾਏ। ਇੱਕ ਦਿਨ ਵਿਛੋੜੇ ਦਾ ਦੁੱਖ ਨਾ ਸਹਾਰਦੇ ਹੋਏ ਅਤੀ ਉਦਾਸ ਹੋ ਗਏ ਅਤੇ ਕੋਠੇ ਉੱਪਰ ਚੜ੍ਹ ਕੇ ਅੰਮ੍ਰਿਤਸਰ ਦਾ ਰਾਹ ਦੇਖਣ ਲੱਗ ਜਿਆ ਕਰਨ। ਕੋਈ ਆ ਰਿਹਾ। ਤੱਕਦਿਆਂ ਤੱਕਦਿਆਂ ਅੱਖਾਂ ਵਿੱਚੋਂ ਜਾਲ ਆ ਜਾਇਆ ਕਰੇ ਕਿ ਪਿਤਾ ਜੀ ਤਾਂ ਕਹਿੰਦੇ ਸੀ ਭੇਜਾਂਗੇ ਬੰਦਾ ਕੋਈ ਭੇਜਿਆ ਹੀ ਨਹੀਂ ਹੈ। ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸੀ ਤਾਂ ਸੰਗਤ ਨੂੰ ਦੱਸਦਿਆਂ ਕਹਿੰਦੇ ਹੁੰਦੇ ਕਿ ਮੈਂ ਕੋਠੇ ਤੇ ਚੜ੍ਹ ਜਾਣਾ, ਅੰਮ੍ਰਿਤਸਰ ਸਾਹਿਬ ਦਾ ਰਸਤਾ ਦੇਖੀ ਜਾਣਾ। ਦਹਿ ਦਿਸ ਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਹੁ ਨਹਿਨਾ ਫਿਰ ਪ੍ਰਦੇਸ਼ ਸੁਧਾਇਓ, ਹੁਣ ਨਹੀਂ ਸੰਦੇਸਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਤਾਂ 4 ਚਿੱਠੀਆਂ ਫੇਰ ਪ੍ਰਾਪਤ ਹੋਈਆਂ। ਕਿਉਂ ਵਿਸਰੈ ਹੋ ਲਾਲ ਪਿਆਰੋ, ਸਰਬ ਗੁਣਾ ਸੁਖ ਦਾਇਓ, ਮੰਦਰ ਚਰ ਕੈ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਕਹਿੰਦੇ ਮੈਂ ਕੋਠੇ ਤੇ ਖੜਾ ਹੋ ਕੇ ਦੇਖਣਾ, ਕੋਈ ਰਾਤ ਆ ਰਿਹਾ ਮੈਨੂੰ ਲੈਣ, ਕੋਈ ਸਿੱਖ ਆ ਰਿਹਾ। ਉਡੀਕਦਿਆਂ ਅੱਖਾਂ 'ਚੋਂ ਜਾਲ ਆ ਜਾਣਾ ਵੀ ਅੱਜ ਵੀ ਨਹੀਂ ਆਇਆ ਕੋਈ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਹੀ ਸ਼ਬਦ ਬਾਅਦ ਵਿੱਚ ਦੱਸਿਆ ਸੰਗਤ ਨੂੰ, ਉਹੀ ਸ਼ਬਦ ਉਚਾਰਿਆ, ਮਿਲ ਮੇਰੇ ਪ੍ਰੀਤਮਾ ਜੀਓ ਤੁਝ ਬਿਨ ਖਰੀ ਨਿਮਾਣੀ। ਇਹ ਸ਼ਬਦ ਵੀ ਮਹਾਰਾਜ ਨੇ ਗੌੜੀ ਰਾਗ ਦੇ 'ਚ ਉਚਾਰਨ ਕੀਤਾ। ਇਸ ਤਰ੍ਹਾਂ ਕਾਫੀ ਸਮਾਂ ਅੰਮ੍ਰਿਤਸਰ ਸਾਹਿਬ ਦਾ ਰਾਹ ਤੱਕਦਿਆਂ ਬੀਤ ਗਿਆ। ਕਿਸੇ ਦੇ ਆਉਣ ਦੀ ਜਦ ਉੱਕਾ ਹੀ ਆਸ ਨਾ ਰਹੀ, ਉਸੇ ਤਰ੍ਹਾਂ ਹੀ ਅੱਖੀਆਂ ਜਲ ਨਾਲ ਭਰੀਆਂ ਥੱਲੇ ਉਤਰ ਆਏ। ਮਨ ਵਿੱਚ ਵਿਰਾਗ ਬਹੁਤ ਹੈ, ਪਰ ਮਾਤਾ ਪਿਤਾ ਦਾ ਹੁਕਮ ਜਿਹੜਾ ਉਹ ਸਿਰ ਮੱਥੇ ਮੰਨਿਆ, ਆਪਣੇ ਆਪ ਨਹੀਂ ਆਉਣ ਦਾ ਹੁਕਮ ਸੀ। ਇਸ ਕਰਕੇ ਇਸ ਤਰ੍ਹਾਂ ਉਦਾਸੀ ਵਿੱਚ ਹੀ ਪੂਰਾ ਸਾਲ ਬੀਤ ਗਿਆ, ਪਰ ਸੰਦੇਸ਼ਾ ਨਾ ਆਇਆ।
ਆਖਰ ਰਹਿ ਨਾ ਸਕੇ, ਕਾਗਜ਼ ਕਲਮ ਲੈ ਕੇ ਵਿਰਾਗਮਈ ਸ਼ਬਦ ਰੂਪ ਪਹਿਲੀ ਚਿੱਠੀ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਜੋ ਲਿਖੀ, ਉਹ ਬਾਅਦ ਵਿੱਚ ਫਿਰ ਸ਼ਬਦ ਰੂਪ ਬਣ ਗਈ। ਪਹਿਲਿਆਂ ਪਦਿਆਂ ਵਿੱਚ ਤਿੰਨਾਂ 'ਚ ਨਾਨਕ ਨਾਮ ਨਹੀਂ ਆਉਂਦਾ, ਇਸੇ ਕਰਕੇ ਬਾਅਦ ਵਾਲੇ ਪਦੇ 'ਚ ਅਖੀਰ 'ਚ ਨਾਨਕ ਨਾਮ ਆਉਂਦਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਲਈ ਮੇਰਾ ਮਨ ਬਹੁਤਾ ਹੀ ਲੋਚੈ ਤੋਂ ਭਾਵ ਚਾਹੁੰਦਾ ਹੈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਜਿਸ ਤਰ੍ਹਾਂ ਚਾਤ੍ਰਿਕ ਜਿਹੜਾ ਬਬੀਹਾ ਸਵੰਤੀ ਬੂੰਦ ਦੀ ਪ੍ਰਾਪਤੀ ਲਈ ਪ੍ਰਿਓ 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 ਕਰਕੇ ਬਿਰਲਾਪ ਕਰਦਾ ਹੈ, ਸੋ ਉਸ ਚਾਤ੍ਰਿਕ ਦੀ ਨਿਆਈ ਜਿਹੜਾ ਮੇਰਾ ਮਨ ਆਪ ਦੇ ਦਰਸ਼ਨਾਂ ਲਈ ਬਹੁਤ ਬਿਰਲਾਪ ਕਰ ਰਿਹਾ ਹੈ। ਨਾ ਤਾਂ ਮੈਨੂੰ ਨੀਂਦ ਆਉਂਦੀ ਹੈ, ਨਾ ਮੈਨੂੰ ਚੈਨ ਆਉਂਦਾ, ਨਾ ਰੋਟੀ ਸਵਾਦ ਲੱਗਦੀ ਹੈ, ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ, ਹੌਂਕੇ ਲੈ ਲੈ ਕੇ ਮਰ ਰਿਹਾ। ਨਾ ਪਾਣੀ ਚੰਗਾ ਲੱਗਦਾ, ਨਾ ਰੋਟੀ, ਨਾ ਨੀਂਦ ਆਉਂਦੀ ਹੈ। ਸੋ ਦਿਨੋਂ ਦਿਨ ਸਰੀਰ ਘਟਦਾ ਹੀ ਜਾ ਰਿਹਾ ਹੈ ਵਿਰਾਗ ਦੇ ਵਿੱਚ। ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇਹ ਸ਼ਾਂਤ ਆਤਮਾ ਪਿਆਰੇ ਸਤਿਗੁਰੂ ਜੀ, ਆਪਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਦੀ ਪ੍ਰਾਪਤੀ ਹੋਏ ਤੋਂ ਬਿਨਾਂ ਦਰਸ਼ਨਾਂ ਦੀ ਜਿਹੜੀ ਤ੍ਰੇਹ ਆ ਨਾ, ਤ੍ਰਿਖਾ ਤੋਂ ਭਾਵ ਪਿਆਸ ਜਿਹੜੀ ਉਤਰਦੀ ਨਹੀਂ, ਜਿਸ ਕਰਕੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਹਉ ਘੋਲੇ ਜੀਉ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ। ਇਹ ਸੰਤਾਂ ਦੇ ਪਿਆਰੇ ਸਤਿਗੁਰੂ ਜੀ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। हे ਸਤਿਗੁਰੂ, ਮੈਂ ਆਪ ਦੇ ਦਰਸ਼ਨਾਂ ਤੋਂ ਘੋਲ ਘਮਾਈ, ਵਾਰਨੇ ਫੇਰਨੇ ਜਾਵਾਂ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ, हे ਗੁਰੂ ਰਾਮਦਾਸ ਸਾਹਿਬ ਜੀ, ਮੈਂ ਮਨ ਕਰਕੇ ਵੀ ਆਪ ਤੋਂ ਘੋਲੀ ਹੁੰਦਾ, ਵਾਰਨੇ ਫੇਰਨੇ ਜਾਂਦਾ, ਬਾਣੀ ਕਰਕੇ ਵੀ ਵਾਰਨੇ ਫੇਰਨੇ ਜਾਂਦਾ, ਘੁਮਾਈ ਹੁੰਦਾ, ਸਰੀਰ ਕਰਕੇ ਵੀ ਆਪ ਹੀ ਤੋਂ ਵਾਰਨੇ ਫੇਰਨੇ ਬਲਿਹਾਰਨੇ ਜਾਂਦਾ ਰਹਾਓ। ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਇੱਕ ਨਜ਼ਦੀਕੀ ਸਿੱਖ ਨੂੰ ਦੇ ਕੇ ਕਿਹਾ, ਇਹ ਚਿੱਠੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਚਰਨਾਂ 'ਚ ਰੱਖ ਦੇਣੀ, ਅਤੇ ਜਿਵੇਂ ਫਿਰ ਗੁਰੂ ਸਾਹਿਬ ਹੁਕਮ ਕਰਨ ਉਹ ਵਾਪਸ ਆ ਕੇ ਮੈਨੂੰ ਦੱਸੀ। 7 ਵਚਨ ਕਹਿ ਕੇ ਉਹ ਸਿੱਖ ਚਿੱਠੀ ਲੈ ਕੇ ਚਿੱਠੀ ਨੂੰ ਸੰਭਾਲਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਪਿਆ। ਸੋ ਜਿਸ ਵਕਤ ਅੰਮ੍ਰਿਤਸਰ ਸਾਹਿਬ ਪਹੁੰਚਿਆ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਮਿਲਾਪ ਹੋਣ ਤੋਂ ਪਹਿਲਾਂ ਹੀ ਪਿਰਥੀ ਚੰਦ ਮਿਲ ਪਿਆ। ਲੰਮੇ ਸਫ਼ਰ ਕਰਕੇ ਮਿੱਟੀ ਘੱਟਾ ਅੰਗਾਂ ਤੇ ਪਿਆ ਹੋਇਆ ਸੀ। ਸ਼ਕਲ ਪਛਾਣਨ ਤੇ ਸ਼ੱਕ ਹੋਇਆ ਕਿਤੇ ਲਾਹੌਰੋਂ ਨਾ ਕੋਈ ਸੁਨੇਹਾ ਦੇਣ ਆ ਗਿਆ ਹੋਵੇ। ਪੁੱਛਿਆ ਕਿੱਥੋਂ ਆਇਆ, ਕਹਿੰਦੇ ਕੀ ਕਰਨ ਆਇਆ। ਸਿੱਖ ਵਿਚਾਰਾ ਸਿੱਧਾ ਸਾਦਾ ਸੀ, ਵਲ ਛਲ ਕੋਈ ਨਹੀਂ ਸੀ ਉਹਦੇ 'ਚ। ਸਾਰੀ ਵਾਰਤਾ ਦੱਸਦਿਆਂ ਪਿਰਥੀ ਚੰਦ ਨੂੰ ਚਿੱਠੀ ਪਕੜਾਉਂਦਿਆਂ ਕਿਹਾ, ਇਹ ਆਪਦੇ ਛੋਟੇ ਭਰਾਤਾ ਹੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਵੱਲ ਭੇਜੀ ਚਿੱਠੀ। ਪਿਰਥੀ ਚੰਦ ਨੇ ਚਿੱਠੀ ਪਕੜ ਲਈ ਤੇ ਉਹਨੂੰ ਤੋੜ ਦਿੱਤਾ। ਕਿਹਾ, ਚੰਗਾ ਜਾ ਜਾ, ਕੋਈ ਗੱਲ ਨਹੀਂ, ਪ੍ਰਸ਼ਾਦਾ ਪਾਣੀ ਛਕ, ਆਰਾਮ ਕਰ, ਮੈਂ ਚਿੱਠੀ ਦੇ ਦਿੰਦਾ ਮਹਾਰਾਜ ਨੂੰ। ਸਿੱਖ ਤਾਂ ਦਰਸ਼ਨ ਪਰਸ਼ਨ ਕਰਕੇ ਵਾਪਸ ਚਲਿਆ, ਪਰ ਇਧਰ ਪਿਰਥੀ ਚੰਦ ਨੇ ਜਿਸ ਵਕਤ ਨਵੇਕਲੇ ਹੋ ਕੇ ਇਕਾਂਤ ਵਿੱਚ ਚਿੱਠੀ ਪੜ੍ਹੀ ਤਾਂ ਬੜਾ ਪਰੇਸ਼ਾਨ ਹੋਇਆ। ਉਹਦੀ ਚਿੰਤਾ ਪਲ ਪਲ ਵੱਧਦੀ ਗਈ। ਸੋਚਦਾ, ਇਹ ਸ਼ਬਦ ਤਾਂ ਪਿਤਾ ਜੀ ਦੀ ਬਾਣੀ ਨਾਲ ਰਲਦੇ ਮਿਲਦੇ। ਜੇ ਪਿਤਾ ਜੀ ਨੇ ਚਿੱਠੀ ਦੇਖ ਲਈ ਤਾਂ ਉਹਨਾਂ ਨੇ ਜ਼ਰੂਰ ਇਹਨਾਂ ਨੂੰ ਬਿਨਾਂ ਦੇਰੀ ਤੋਂ ਹੀ ਗੁਰਤਾ ਗੱਦੀ ਬਖਸ਼ਿਸ਼ ਕਰ ਦੇਣੀ ਹੈ। ਫਿਰ ਛੋਟੇ ਭਾਈ ਨੂੰ ਗੱਦੀ ਤੇ ਬਿਠਾ ਤਾਂ ਮੈਨੂੰ ਬਹੁਤ ਔਖਾ ਹੋਣਾ। ਮੇਰੀ ਇੰਨੇ ਚਿਰ ਦੀ ਆਸ ਉੱਪਰ ਪਾਣੀ ਫਿਰ ਜਾਣਾ, ਕਿਉਂਕਿ ਇਸ ਤਰ੍ਹਾਂ ਦੇ ਸੰਕਲਪ ਕਰਦਿਆਂ ਚਿੱਠੀ ਨੂੰ ਸਤਿਗੁਰਾਂ ਕੋਲ ਪਹੁੰਚਾਉਣ ਦੀ ਥਾਂ ਆਪਣੇ ਚੋਲੇ ਦੇ ਖੀਸੇ 'ਚ ਹੀ ਪਾ ਲਿਆ ਉਹਨੇ। ਕਿਉਂਕਿ ਕਈ ਜ਼ਿਆਦਾ ਹੀ ਕੰਮਕਾਰ ਕਰਦੇ, ਪਿਰਥਵੀਆ ਦਿਖਾਵੇ ਦਾ ਕੰਮ ਬਹੁਤਾ ਕਰਦਾ ਸੀ। ਉਹ ਸੋਚਦਾ ਸੰਗਤ ਦੀ ਨਿਗਾਹ 'ਚ ਆ ਜਾਵਾਂ ਮੈਂ, ਗੁਰਾਂ ਦੀ ਨਿਗਾਹ 'ਚ ਆ ਜਾਵਾਂ ਮੈਂ। ਸਾਰੇ ਮੈਨੂੰ ਹੀ ਸਤਿਗੁਰੂ ਪਹਿਲਾਂ ਹੀ ਮੱਥੇ ਟਿਕਾਈ ਜਾਂਦਾ ਹੁੰਦਾ ਸੀ ਆਪਣੇ ਆਪ ਨੂੰ ਕਿ ਆ ਬਸ ਗੱਦੀ ਤਾਂ ਆਪਾਂ ਨੂੰ ਹੀ ਮਿਲਣੀ ਹੈ। ਉਧਰ ਸਿੱਖ ਨੇ ਲਾਹੌਰ ਪਹੁੰਚ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਨੇਹਾ ਦਿੱਤਾ ਕਿ ਚਿੱਠੀ ਪਹੁੰਚਾ ਆ ਜੀ, ਜਿਸ ਕਰਕੇ ਆਪ ਜੀ ਉਡੀਕਦੇ ਰਹੇ ਕਿ ਅੱਜ ਵੀ ਪਿਤਾ ਜੀ ਦਾ ਸੁਨੇਹਾ ਆਉਂਦਾ, ਅੱਜ ਵੀ ਆਉਂਦਾ। ਸੋ ਇਸੇ ਤਰ੍ਹਾਂ ਉਡੀਕ ਵਿੱਚ ਕਈ ਦਿਨ ਲੰਘ ਗਏ। ਆਸ ਤਾਂ ਮਨ ਵਿੱਚ ਬੜੀ ਸੀ ਕਿ ਚਿੱਠੀ ਪੜ੍ਹਦਿਆਂ ਪਿਤਾ ਜੀ ਬੁਲਾਵਾ ਭੇਜਣਗੇ, ਪਰ ਸੁਨੇਹਾ ਕੋਈ ਆ ਨਾ ਦੇਖ ਕੇ ਨਿਰਾਸ਼ਤਾ ਵੱਧਦੀ ਗਈ। ਜਿਸ ਕਰਕੇ ਫਿਰ ਦੂਸਰੀ ਜਿਹੜੀ ਚਿੱਠੀ ਸੀ ਉਹ ਲਿਖਣਾ ਕੀਤੀ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਇਹ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ, ਆਪ ਦਾ ਮੁਖਾਰਬਿੰਦ ਬੜਾ ਹੀ ਸੋਭਨੀਕ ਹੈ। ਆਪ ਜੀ ਨੇ ਇਸ ਮੁਖਾਰਬਿੰਦ ਤੋਂ ਜੋ ਬਾਣੀ ਧੁਨ ਉਚਾਰਨ ਕੀਤੀ ਹੈ ਨਾ, ਸੋ ਧੁਨ ਤੋਂ ਭਾਵ ਜਿਹੜੀ ਉਚਾਰਨ ਕੀਤੀ ਬਾਣੀ, ਉਹ ਸਹਿਜ ਤੋਂ ਭਾਵ ਸ਼ਾਂਤੀ ਅਤੇ ਗਿਆਨ ਦੀ ਪ੍ਰਾਪਤੀ ਕਰਨ ਵਾਲੀ ਬਾਣੀ ਹੈ ਜੀ। ਇੰਨਾ ਸੁੰਦਰ ਬੋਲਦੇ ਹੋ ਆਪ ਕੇ ਮਨ ਨੂੰ ਖਿੱਚ ਪੈਦਾ ਹੁੰਦੀ। ਹੁਣ ਖਿੱਚ ਤਾਂ ਪੈਦਾ ਹੁੰਦੀ ਜੇ ਇੱਧਰ ਵੀ ਚੀਜ਼ ਹੋਵੇ ਤੇ ਉੱਧਰ ਵੀ ਹੋਵੇ। ਜੇ ਇੱਧਰ ਖੁਸ਼ਕੀ ਛਾਈ, ਉੱਥੇ ਕਾਹਦੀ ਖਿੱਚ ਪੈਣੀ ਹੈ।
ਇਸ ਕਰਕੇ ਪਹਿਲਾਂ ਜਿਹੜੇ ਬੰਦੇ ਅੰਦਰ ਸ਼ਰਧਾ ਪ੍ਰੇਮ ਭਾਵਨਾ ਪੁੰਨ ਇਕੱਠੇ ਹੋਏ ਹੋਣ, ਨਾਮ ਦੀ ਕਣੀ ਪਿਛਲੇ ਜਨਮਾਂ ਦੀ ਮਾੜੀ ਮੋਟੀ ਕਮਾਈ ਹੋਵੇ, ਉਹਨੂੰ ਹੀ ਖਿੱਚ ਪੈਂਦੀ ਆ, ਉਹ ਤਾਈਓਂ ਭੱਜ ਕੇ ਸਤਸੰਗਤ ਵਿੱਚ ਜਾਂਦਾ। ਚਿਰ ਹੋਆ ਦੇਖੇ ਸਾਰਿੰਗ ਪਾਣੀ, ਇਹ ਸਾਰੰਗ ਨਾਮੇ ਧਨਕ ਦੇ ਧਾਰਨ ਵਾਲੇ ਈਸ਼ਵਰ ਸਰੂਪ ਸਤਿਗੁਰੂ ਆਪ ਦੇ ਦਰਸ਼ਨ ਕੀਤਿਆਂ ਚੰਕਾਲ ਹੋ ਗਿਆ, ਬੜੀ ਦੇਰ ਹੋ ਗਈ। ਸਾਰੰਗ ਤੋਂ ਭਾਵ ਬਬੀਹੇ ਨੂੰ ਪਾਣੀ ਦੇਖਿਆ ਬਹੁਤ ਦੇਰ ਹੋ ਗਈ। ਇਉਂ ਬੜੇ ਵਿਰਾਗ ਦੀ ਚਿੱਠੀ ਲਿਖੀ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹੈ ਗੁਰੂ ਰਾਮਦਾਸ ਸਾਹਿਬ ਜੀ, ਆਪ ਦੇ ਦਰਸ਼ਨ ਕੀਤਿਆਂ ਨੂੰ ਬਹੁਤ ਸਮਾਂ ਹੋ ਗਿਆ, ਜਿਸ ਕਰਕੇ ਮੇਰਾ ਮਨ ਪਪੀਹੇ ਵਾਂਗੂ ਆਪਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਲਈ ਤੜਫਦਾ ਰਹਿੰਦਾ। ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। हे ਗੁਰੂ ਸਾਹਿਬ ਜੀ, ਆਪ ਜੀ ਜਿਸ ਅੰਮ੍ਰਿਤਸਰ ਸ਼ਹਿਰ ਰੂਪੀ ਦੇਸ਼ ਵਿੱਚ ਵਸ ਰਹੇ ਹੋ, ਉਹ ਦੇਸ਼ ਵੀ ਧੰਨਤਾ ਦੇ ਯੋਗ ਹੈ। हे ਮੁਰਾਰੀ ਰੂਪ ਸਤਿਗੁਰੂ, ਆਪ ਹੀ ਮੇਰੇ ਸੱਜਣੋ, ਇਸ ਲੋਕ ਦੇ ਸੱਚੇ ਮਿੱਤਰੋਂ ਪਰਲੋਕ ਦੇ ਹੋ ਜੀ ਆਪ। ਹਉ ਕੋਲੇ ਹਉ ਕੋਲ ਕੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ। हे ਮੁਰਾਰੀ ਦੇ ਸਰੂਪ ਗੁਰੂ ਸਾਹਿਬ ਜੀ, हे ਪਰਮੇਸ਼ਰ ਜੀ, ਕੇਵਲ ਆਪ ਹੀ ਮੇਰੇ ਇਸ ਲੋਕ ਦੇ ਸੱਜਣੋਂ ਤੇ ਪਰਲੋਕ ਦੇ ਮੀਤ ਹੋ। ਇਉਂ ਲਿਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਚਿੱਠੀ ਜਿਹੜੀ ਭੇਜੀ ਹੈ ਕਿ ਮੈਂ ਤਾਂ ਆਪ ਜੀ ਤੋਂ ਮਨ ਕਰਕੇ ਵਾਰਨੇ ਫੇਰਨੇ ਜਾਂਦਾ, ਤਨ ਕਰਕੇ ਬਾਣੀ ਕਰਕੇ ਘੋਲ ਕਮਾਈ ਵਾਰਨੇ ਫੇਰਨੇ ਜਾਂਦਾ। ਇਹ ਚਿੱਠੀ ਲੈ ਕੇ ਫੇਰ ਦਿੱਤੀ, ਕੁਦਰਤੀ ਫੇਰ ਅੱਗਿਓਂ ਪਿਰਥੀ ਦਾ ਮਿਲ ਪਿਆ। ਉਹ ਕਹਿੰਦਾ ਜੀ ਪਹਿਲੀ ਚਿੱਠੀ, ਕਹਿੰਦੇ ਹਾਂ ਦੇਤੀ ਸੀ, ਕੋਈ ਨਹੀਂ, ਹੋਰ ਵੀ ਲਿਆਇਆ, ਹਾਂ ਜੀ। ਮੈਨੂੰ ਦੇ ਜਾ, ਕੋਈ ਗੱਲ ਨਹੀਂ, ਤੂੰ ਲੰਗਰ ਪਾਣੀ ਛਕ, ਆਰਾਮ ਕਰ। ਫਿਰ ਉਹ ਚਿੱਠੀ ਪਿਰਥੀ ਨੇ ਜੇਬ 'ਚ ਪਾ ਲਈ। ਸੋ ਇਸ ਤਰ੍ਹਾਂ ਫਿਰ ਸੰਸ਼ੇ ਦੀ ਨਿਵਰਤੀ ਹੋ ਗਈ ਵੀ ਹਾਂ ਚਲੋ ਚਿੱਠੀ ਉੱਥੇ ਪਹੁੰਚ ਗਈ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਉਹਨੂੰ ਮੋੜ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਹੁਣ ਫੇਰ ਕੋਈ ਜਵਾਬ ਨਹੀਂ ਆਇਆ ਹੈ, ਤੇ ਭਰਾਤਾ ਜੀ ਨੇ ਚਿੱਠੀ ਲੈ ਕੇ ਸ਼ਾਇਦ ਪਿਤਾ ਜੀ ਨਹੀਂ ਦਿੱਤੀ। ਕਿੰਨੀ ਦੇਰ ਉਡੀਕ ਕੇ ਫੇਰ ਇੱਕ ਚਿੱਠੀ ਲਿਖੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। हे ਗੁਰੂ ਸਾਹਿਬ ਜੀ, ਜਿਸ ਵੇਲੇ ਆਪ ਪਾਸ ਰਹਿੰਦਾ ਸੀ ਤੁਹਾਡੇ ਕੋਲ, ਤਾਂ ਕਿਸੇ ਕਾਰਨ ਜੇ ਇੱਕ ਘੜੀ ਮਾਤਰ ਵੀ ਆਪ ਨਹੀਂ ਸੀ ਮਿਲਦੇ ਤਾਂ ਆਪ ਦਾ ਦਰਸ਼ਨ ਪ੍ਰਾਪਤ ਨਹੀਂ ਸੀ ਹੁੰਦਾ, ਤਾਂ ਕਲਯੁਗ ਹੋ ਜਾਂਦਾ। ਭਾਵ ਆਪ ਦੇ ਦਰਸ਼ਨਾਂ ਤੋਂ ਬਿਨਾਂ ਚਿੱਤ ਵਿੱਚ ਬੜਾ ਭਾਰੀ ਵਿਖੇਪ ਹੁੰਦਾ ਸੀ। ਗੁਰੂ ਸਾਹਿਬ ਜੀ ਕਥਨ ਕਰਦੇ, ਇਹ ਸਤਿਗੁਰੂ ਆਪ ਦੇ ਪਾਸ ਰਹਿੰਦਿਆਂ ਕਿਸੇ ਕਾਰਨ ਆਪ ਜੀ ਤੋਂ ਨਾ ਜੇ ਮਿਲਦੇ, ਵਿਛੋੜੇ ਦੀ ਇੱਕ ਘੜੀ ਵੀ ਮੈਨੂੰ ਕਾਲ ਭਾਵ ਹੁੰਦੀ ਸੀ। ਯੁੱਗ ਦੀ ਨਿਆਈ ਭਾਵ ਇੱਕ ਯੁੱਗ ਜਿੰਨਾ ਫਰਕ ਪੈ ਜਾਂਦਾ। ਸੋ ਜਿਸ ਪ੍ਰਕਾਰ ਇਹ ਜਿਹੜਾ ਕਲਯੁਗ ਹੈ, ਇਹਦੀ ਉਮਰ ਜਿੰਨਾ ਸਮਾਂ ਲੰਘ ਜਾਂਦਾ ਸੱਚੇ ਪਾਤਸ਼ਾਹ, ਮੈਨੂੰ ਇਉਂ ਲੱਗਦਾ ਕਿ ਮੇਰਾ ਲੱਖਾਂ ਵਰੇ ਲੰਘੇ ਨੇ ਵਿਛੋੜੇ ਪਏ ਨੂੰ। ਇੱਕ ਘੜੀ ਦਿਨ ਸਮੋਕਾ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋਂ ਪਿਆਰੇ। ਇੱਕ ਪਲ ਦਿਨ ਸਮੋਕੋ ਕਬਹੁ ਨਾ ਬਿਹਾਵੈ। ਇਸ ਕਰਕੇ ਮੇਰਾ ਵਿਛੋੜਾ ਹੋ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਣ ਬੇਨਤੀ ਕਰਦੇ ਨੇ, ਹੁਣ ਕਦ ਮਿਲੀ ਐ ਪ੍ਰੈ ਤੁਧ ਭਗਵੰਤਾ। ਜਦ ਕਿ 1 ਸਾਲ ਭਰ ਤੋਂ ਉੱਪਰ ਸਮਾਂ ਬਤੀਤ ਹੋ ਗਿਆ, ਮਨ ਵਿੱਚ ਬੜੀ ਤੜਪ ਲੱਗੀ ਰਹਿੰਦੀ ਹੈ। हे ਭਗਵੰਤ ਅਕਾਲ ਪੁਰਖ ਦੇ ਸਰੂਪ ਪਿਆਰੇ ਸਤਿਗੁਰੂ, ਹੁਣ ਕਦੋਂ ਤੁਸੀਂ ਮੈਨੂੰ ਮਿਲਣਾ ਕਰੋਗੇ। हे ਭਗਵੰਤ ਦੇ ਪਿਆਰੇ ਸਤਿਗੁਰੂ, ਕਿਰਪਾ ਕਰੋ, ਦਰਸ਼ਨ ਬਖਸ਼ੋ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। हे ਮਹਾਰਾਜ ਸੱਚੇ ਪਾਤਸ਼ਾਹ, ਆਪ ਦੇ ਸਾਧ ਸੰਗਤ ਰੂਪੀ ਦਰਬਾਰ ਦੇ ਦੇਖੇ ਤੋਂ ਬਿਨਾਂ ਮੇਰੀ ਜਿਹੜੀ ਰਾਤ ਹੈ ਉਹ ਬੀਤਦੀ ਨਹੀਂ। ਕਿਉਂਕਿ ਸਤਸੰਗ ਵਿੱਚ ਆਸਾ ਦੀ ਵਾਰ ਸੁਣਦੇ ਸੀ, ਕਦੇ ਸ਼ਬਦ ਦੀ ਵਿਚਾਰ ਸੁਣਦੇ ਸੀ, ਕਦੇ ਉੱਥੇ ਬਾਣੀ ਸੁਣਦੇ ਸੀ, ਅਤੇ ਆਪ ਜੀ ਦੇ ਵਿਛੋੜੇ ਕਰਕੇ ਹੁਣ ਨੀਂਦ ਵੀ ਨਹੀਂ ਆਉਂਦੀ ਮੈਨੂੰ ਤਾਂ। ਸਾਰੀ ਰਾਤ ਆਪ ਦੇ ਦੇਖੇ ਤੋਂ ਬਿਨਾਂ ਅੱਖਾਂ 'ਚ ਬਤੀਤ ਹੋ ਜਾਂਦੀ ਹੈ। ਸੋ हे ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਆਪ ਦੇ ਦਰਬਾਰੇ 'ਚ ਸਰੂਪ ਦੇਖੇ ਤੋਂ ਬਿਨਾਂ, ਸੋ ਆਪ ਦੇ ਜਿਹੜੇ ਸਰੂਪ ਹੈ ਨਾ, ਆਪ ਦੇ ਦੇਖੇ ਤੋਂ ਬਿਨਾਂ ਅਵਸਥਾ ਰੂਪੀ ਰਾਤ ਜਿਹੜੀ ਮੇਰੀ ਬਤੀਤ ਨਹੀਂ ਹੁੰਦੀ। ਮੇਰਾ ਇੱਕ ਛਿਨ ਵੀ ਨਹੀਂ ਲੰਘਦਾ ਹੈ, ਬਹੁਤ ਔਖਾ ਹਾਂ ਮੈਂ, ਨਾ ਹੀ ਸ਼ਾਂਤੀ ਰੂਪੀ ਨੀਂਦ ਆਉਂਦੀ ਹੈ। ਹਉ ਕੋਲੀ ਜੀਉ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਉ ਰਹਾਓ। हे ਸਤਿਗੁਰੂ, ਆਪ ਦੇ ਸੱਚੇ ਦਰਬਾਰ ਉੱਪਰੋਂ ਮਨ ਕਰਕੇ ਘੋਲੀ ਵਾਰਨੇ ਫੇਰਨੇ, ਬਾਣੀ ਕਰਕੇ ਵਾਰਨੇ ਫੇਰਨੇ ਜਾਂਦਾ, ਸਰੀਰ ਕਰਕੇ ਵਾਰਨੇ ਫੇਰਨੇ ਜਾਂਦਾ। ਸੋ ਇਸ ਤਰ੍ਹਾਂ ਤੀ ਵਿਛੋੜੇ ਦੇ ਅਸਹਿ ਦੁੱਖ ਵਿੱਚ ਬੇਬਲ ਹੋਇਆ ਸਤਿਗੁਰਾਂ ਨੇ ਫਿਰ ਲਾਹੌਰ ਬੈਠਿਆਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੀਸਰੀ ਚਿੱਠੀ ਲਿਖ ਉੱਪਰ 3 ਅੰਕ ਪਾ ਦਿੱਤਾ। ਇਹ ਤੀਸਰੀ ਚਿੱਠੀ ਹੈ। ਉਸੇ ਸਿੱਖ ਨੂੰ ਕੋਲ ਸੱਦ ਕੇ ਚੰਗੀ ਤਰ੍ਹਾਂ ਇਹ ਗੱਲ ਪੱਕੀ ਕੀਤੀ ਕਿ ਪੱਤਰਕਾਰ ਨੂੰ ਜ਼ਰੂਰ ਗੁਰੂ ਸਾਹਿਬ ਦੇ ਕੋਲ ਪਹੁੰਚਾਉਣਾ ਹੈ,
ਰਸਤੇ ਵਿੱਚ ਨਾ ਕਿਸੇ ਨੂੰ ਦੱਸਣਾ, ਨਾ ਹੀ ਪੱਤਰਕਾ ਦੇਣੀ। ਸਮਝਾ ਦਿੱਤਾ ਕਿ ਤੂੰ ਇੱਕ ਪਾਸਿਓਂ ਹੋ ਕੇ ਜਾਈਂ, ਇਹ ਨਾ ਹੋਵੇ ਤੈਨੂੰ ਅੱਗਿਓਂ ਫੇਰ ਪਿਰਥੀ ਜੀ ਮਿਲ ਜਾਣ, ਭਰਾ ਮੇਰਾ ਉਹ ਚਿੱਠੀ ਨਹੀਂ ਪਹੁੰਚਾਉਂਦਾ ਹੁਣ ਅੱਗੇ। ਇਸ ਕਰਕੇ ਫਿਰ ਉਹ ਸਿੱਖ 7 ਵਚਨ ਕਹਿੰਦੇ ਆ ਪੱਤਰਕਾ ਲੈ ਕੇ ਖੀਸੇ 'ਚ ਪਾ ਕੇ ਲਾਹੌਰ ਤੋਂ ਸਤਨਾਮ ਵਾਹਿਗੁਰੂ ਕਹਿ ਕੇ ਗੁਰਾਂ ਨੂੰ ਨਮਸਕਾਰ ਕਰਕੇ ਚੱਲ ਪਿਆ। ਸਾਰਾ ਸਫ਼ਰ ਮੁਕਾ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ। ਇਸ ਵਾਰ ਰਸਤੇ 'ਚ ਕਿਤੇ ਵੀ ਨਾ ਅਟਕਿਆ, ਸਿੱਧਾ ਸਤਿਗੁਰਾਂ ਦੇ ਚਰਨਾਂ 'ਚ ਹੀ ਪਹੁੰਚ ਗਿਆ। ਜਦੋਂ ਜਾ ਕੇ ਮੱਥਾ ਟੇਕਿਆ, ਪੱਤਰਕਾ ਫੜਾਉਂਦਿਆਂ ਬੇਨਤੀ ਕੀਤੀ, ਇਹ ਪੱਤਰਕਾ ਆਪ ਜੀ ਦੇ ਸਾਹਿਬਜ਼ਾਦੇ ਨੇ ਲਾਹੌਰੋਂ ਭੇਜੀ। ਸਤਿਗੁਰੂ ਜੀ ਪੱਤਰਕਾ ਪੜ੍ਹਦਿਆਂ ਸਾਰ ਤੀਸਰਾ ਅੰਗ ਪਿਆ ਵੇਖ ਕੇ ਸਿੱਖ ਤੋਂ ਪੁੱਛਦੇ ਆ, ਇਹ ਪਹਿਲੀਆਂ 2 ਚਿੱਠੀਆਂ ਕਿੱਥੇ ਆ? ਸਿੱਖ ਨੇ ਕਿਹਾ, ਗਰੀਬ ਨਵਾਜ, ਅੱਗੇ ਵੀ ਮੈਂ 2 ਵਾਰੀ ਚਿੱਠੀਆਂ ਲੈ ਕੇ ਆਇਆ, ਪਰ ਆਪ ਦੇ ਵੱਡੇ ਸਪੁੱਤਰ ਪਿਰਥੀ ਚੰਦ ਨੇ ਰਸਤੇ 'ਚ ਲੈ ਲਈਆਂ ਸੀ ਤੇ ਕਿਹਾ ਸੀ ਕਿ ਮੈਂ ਆਪੇ ਦੇ ਦਿਆਂਗਾ। ਸੰਗਤਾਂ ਬਹੁਤ ਹੋਣ ਕਰਕੇ ਆਪ ਦਾ ਮਿਲਾਪ ਨਹੀਂ ਹੁੰਦਾ ਰਿਹਾ। ਇਹ ਗੱਲ ਸੁਣ ਕੇ ਸਤਿਗੁਰਾਂ ਨੂੰ ਪ੍ਰਸ਼ਾਦ ਛਕਾ ਕੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਲਿਆਉਣ ਵਾਸਤੇ ਉਹਦੇ ਨਾਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਨੂੰ ਲਾਹੌਰ ਭੇਜ ਦਿੱਤਾ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਦੋਨੋਂ ਸੰਤ ਜਦ ਲਾਹੌਰ ਪਹੁੰਚੇ ਤਾਂ ਨਮਸਕਾਰ ਕਰਦਿਆਂ ਬੇਨਤੀ ਕੀਤੀ ਕਿ ਆਪ ਦੇ ਬੁਲਾਉਣ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਭੇਜਿਆ, ਛੇਤੀ ਚੱਲੋ। ਇਹ ਬਚਨ ਸੁਣਦਿਆਂ ਸਾਰ ਚੱਲ ਪਏ ਤੇ ਅੰਮ੍ਰਿਤਸਰ ਪਹੁੰਚ ਕੇ ਚਿਰਾਂ ਦੇ ਵਿਛੜੇ ਦੁੱਖ ਤੋਂ ਸੋ ਬਹੁਤ ਸੀ ਦੁੱਖ ਇਸ ਗੱਲ ਦਾ ਕਿ ਮਿਲਾਪ ਨਹੀਂ ਹੋਇਆ। ਮਿਲਾਪ ਦੀ ਖੁਸ਼ੀ ਵਿੱਚ ਆਉਂਦਿਆਂ ਸਾਰ ਪਵਿੱਤਰ ਚਰਨਾਂ ਕਮਲਾਂ ਤੇ ਲਿਪਟ ਗਏ ਤੇ ਇੰਨਾ ਵਿਰਾਗ ਆਇਆ ਕਿ ਅੱਖਾਂ ਵਿੱਚੋਂ ਅਥਾਹ ਜਲ ਵਗਣ ਕਰਕੇ ਚਰਨ ਧੋਤੇ ਗਏ ਗੁਰਾਂ ਦੇ। ਗੁਰੂ ਰਾਮਦਾਸ ਮਹਾਰਾਜ ਨੇ ਪਿਆਰ ਨਾਲ ਦਿਲਾਸਾ ਦਿੱਤਾ, ਪਿੱਠ ਤੇ ਥਾਪੜਾ ਦਿੰਦਿਆਂ ਬਖਸ਼ਿਸ਼ ਭਰਿਆ ਹੱਥ ਫੇਰਿਆ, ਫਿਰ ਬਾਹਾਂ ਤੋਂ ਫੜ ਕੇ ਉੱਪਰ ਉਠਾਇਆ। ਦੀਵਾਨ ਸਜਿਆ ਹੋਇਆ ਹੈ। ਸੰਗਤਾਂ ਇਸ ਕੌਤਕ ਨੂੰ ਦੇਖ ਕੇ ਵਿਸਮਾਦ ਹੋ ਰਹੀਆਂ ਨੇ। ਇੰਨੇ ਨੂੰ ਸਤਿਗੁਰਾਂ ਨੇ ਪਿਰਥੀ ਚੰਦ ਨੂੰ ਬੁਲਾਵਾ ਭੇਜਿਆ। ਵੱਡਾ ਭਰਾਤਾ ਆਇਆ ਜਾਣ ਕੇ ਆਪ ਜੀ ਨੇ ਉਹਨਾਂ ਨੂੰ ਵੀ ਨਮਸਕਾਰ ਕੀਤੀ। ਇਹਨਾਂ ਨੂੰ ਸਤਿਗੁਰੂ ਕਹਿਣ ਲੱਗੇ, ਤੇਰੇ ਪਾਸ ਇਹਨਾਂ ਦੀਆਂ 2 ਚਿੱਠੀਆਂ ਆਈਆਂ, ਉਹ ਕਿੱਥੇ ਆ? ਤੈਂ ਸਾਨੂੰ ਕਿਉਂ ਨਹੀਂ ਦਿੱਤੀਆਂ? ਉਹ ਸਾਫ਼ ਹੀ ਮੁੱਕਰ ਗਿਆ, ਮੇਰੇ ਕੋਲ ਤਾਂ ਕੋਈ ਚਿੱਠੀ ਨਹੀਂ ਆਈ ਜੀ। ਸਤਿਗੁਰਾਂ ਨੇ ਪੁੱਛਿਆ, ਪਰ ਫਿਰ ਇਹ ਸੱਚ ਨਾ ਕਿਹਾ ਤੂੰ, ਜਦ ਤੀਸਰੀ ਵਾਰੀ ਕਿਹਾ ਤਾਂ ਉਸ ਵਕਤ ਪੱਤਰਕਾ ਤੇਰੇ ਪਾਸ ਹੀ ਨੇ, ਸੰਗਤ ਵਿੱਚ ਮੁੱਕਰਦਾ? ਤੇਰਾ ਭਲਾ ਏ ਇਸੇ ਵਿੱਚ ਕਿ ਦੋਵੇਂ ਚਿੱਠੀਆਂ ਹਾਜ਼ਰ ਕਰ ਲਿਆ ਕੇ। ਆਹ ਦੇਖ 3 ਅੰਕ ਪਾਇਆ ਹੋਇਆ ਤੀਸਰੀ ਚਿੱਠੀ ਤੇ ਪਹਿਲੀਆਂ 2 ਤੇਰੇ ਕੋਲ ਹੀ ਆ। ਸਿੱਖ ਕਹਿੰਦਾ ਮੈਂ ਦਿੱਤੀਆਂ ਨੇ। ਹੁਣ ਮਾਇਆ ਦਾ ਇਹੋ ਜਿਹਾ ਪੜਦਾ ਪਿਆ ਜੋ ਸਾਹਮਣੇ ਬੋਲਣ ਤੋਂ ਸੰਕੋਚ ਨਾ ਕੀਤਾ। ਕਹਿੰਦਾ ਤੁਸੀਂ ਬਾਰ-ਬਾਰ ਪੁੱਛਦੇ ਹੋ, ਸੋ ਇਸ ਕਰਕੇ ਉਹ ਹੁੰਡੀਆਂ ਤਾਂ ਨਹੀਂ ਕੋਈ ਜਿਹੜੀਆਂ ਮੈਂ ਲੁਕਾ ਲਈਆਂ ਵੀ ਬੜੇ ਪੈਸੇ ਉਹਨਾਂ ਦੇ ਵਿੱਚ ਹੈਗੇ ਆ। ਹੁੰਡੀਆਂ ਪੁਰਾਣੇ ਟਾਈਮ 'ਚ ਹੁੰਦੀਆਂ, ਜਿਵੇਂ ਹੁਣ ਡਰਾਫਟ ਬਣਾ ਕੇ ਲੈ ਕੇ ਜਾਂਦੇ ਆ। ਜਦ ਕਿਸੇ ਹੀਲੇ ਨਾ ਮੰਨਿਆ ਤਾਂ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰਾਂ ਨੇ ਇੱਕ ਸਿੱਖ ਨੂੰ ਕੋਲ ਬੁਲਾ ਕੇ ਇਸ਼ਾਰੇ ਨਾਲ ਹੌਲੀ ਜੀ ਕਿਹਾ ਕਿ ਇਹਦੇ ਘਰ ਜਾ ਕੇ ਇਹਦੀ ਘਰ ਵਾਲੀ ਕਰਮੋਂ ਪਾਸੋਂ ਚੋਲਾ ਲਿਆਓ ਕਿ ਪਿਰਥੀ ਚੰਦ ਮੰਗਦਾ। ਸੂਰਜ ਪ੍ਰਕਾਸ਼ ਐਸਾ ਵੀ ਆਇਆ ਕਿ ਦਰਵਾਜ਼ੇ ਵੜਦਿਆਂ ਸਾਰ ਸਾਹਮਣੇ ਇੱਕ ਚੋਲਾ ਟੰਗਿਆ ਹੋਇਆ, ਉਹ ਲਾਹ ਕੇ ਲੈ ਆਇਆ। ਇੰਨੀ ਅੰਤਰਜਾਮਤਾ ਨਾਲ ਸਤਿਗੁਰਾਂ ਨੇ ਦੱਸ ਦਿੱਤਾ ਕਿ ਉਹਦੇ ਚੋਲੇ ਦੀ ਸੱਜੀ ਜੇਬ ਦੇ ਵਿੱਚੋਂ ਚਿੱਠੀਆਂ ਨੇ। 7 ਵਚਨ ਕਹਿ ਕੇ ਸਿੱਖ ਪਿਰਥੀ ਦੇ ਗ੍ਰਹਿ ਗਿਆ ਤੇ ਕਰਮੋਂ ਪਾਸੋਂ ਸੋ ਪਿਰਥੀ ਚੰਦ ਦਾ ਨਾਂ ਲੈ ਕੇ ਚੋਲਾ ਲਿਆਇਆ। ਇਹ ਚੋਲਾ ਘਰ ਵਿੱਚ ਕਿੱਲੀ ਉੱਪਰ ਟੰਗਿਆ ਰਹਿ ਗਿਆ ਸੀ। ਜਦੋਂ ਘਰ ਸੀ ਤਾਂ ਸੁਨੇਹਾ ਪੁੱਜਣ ਤੇ ਪਿਰਥੀ ਚੰਦ ਆਪ ਤਾਂ ਚਲਿਆ ਆਇਆ, ਪਰ ਚੋਲਾ ਪਾਉਣਾ ਭੁੱਲ ਗਿਆ ਅਤੇ ਮਾਇਆ ਵਿੱਚ ਦਿਨ ਰਾਤ ਖੱਚਤ ਰਹਿਣ ਕਰਕੇ ਚਿੱਠੀਆਂ ਨੂੰ ਪਾੜ ਦੇਣ ਜਾਂ ਲੁਕਾ ਦੇਣ ਦਾ ਖਿਆਲ ਨਾ ਰਿਹਾ। ਜਿਸ ਕਰਕੇ ਦੋਵੇਂ ਚਿੱਠੀਆਂ ਆਲਾ ਤੱਕ ਚੰਗੇ ਚੋ ਢੰਗ ਨਾਲ ਇਹਨੇ ਐ ਮਰੋੜ ਤਰੋੜ ਕੇ ਖੀਸੇ 'ਚ ਪਾ ਕੇ ਰੱਖੀਆਂ ਹੋਈਆਂ ਸੀ, ਕਿਸੇ ਨੂੰ ਪਤਾ ਨਾ ਲੱਗੇ। ਜਿਸ ਵੇਲੇ ਚੋਗਾ ਸਾਹਮਣੇ ਆਇਆ ਤਾਂ ਪਿਰਥੀ ਚੰਦ ਦੇ ਹੋਸ਼ ਗੁੰਮ ਹੋ ਗਏ। ਚੋਗੇ ਦੇ ਆਉਣ ਉੱਪਰ ਸਤਿਗੁਰਾਂ ਨੇ ਕਿਹਾ, ਹੁਣ ਤਾਂ ਇਹਦੇ ਵਿੱਚੋਂ ਚਿੱਠੀਆਂ ਆਪ ਕੱਢ ਕੇ ਦੇਵੇਂਗਾ? ਪਰ ਉਹ ਕੁਝ ਵੀ ਸੋਚਦਾ ਨਹੀਂ ਸੀ, ਕ੍ਰੋਧ ਨਾਲ ਲਾਲੋ ਲਾਲ ਹੋ ਰਿਹਾ ਸੀ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸ਼ਰਮਿੰਦਾ ਜਿਹਾ ਹੋ ਗਿਆ, ਚਿਹਰੇ ਤੋਂ ਲਾਲੀ ਉੱਡ ਗਈ, ਪਲੱਤਣਤਾ ਆ ਗਈ ਉਸ ਵਕਤ ਤੇ ਵੱਧ ਘੱਟ ਬੋਲਣ ਲੱਗਿਆ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ। ਇਸ ਕਰਕੇ ਮਹਾਰਾਜ ਰਹਾਓ ਉਚਾਰਨ ਕਰਨ ਤੋਂ ਬਾਅਦ ਕਹਿੰਦੇ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ, ਤਉ ਲਾਗੈ ਪਛਤਾਪ। ਇਸ ਤਰ੍ਹਾਂ ਬਹੁਤ ਸਮਝਾਇਆ। ਪਿਰਥੀ ਚੰਦ ਨੂੰ ਸ਼ਾਂਤ ਕਰਕੇ ਫਿਰ ਸਤਿਗੁਰਾਂ ਨੇ ਆਪ ਚੋਗੇ ਵਿੱਚੋਂ ਦੋਵੇਂ ਚਿੱਠੀਆਂ ਕੱਢੀਆਂ ਤੇ ਤੀਸਰੀ ਵੀ ਨਾਲ ਰਲਾ ਕੇ ਭਰੇ ਦੀਵਾਨ ਦੇ ਵਿੱਚ ਫਰਮਾਇਆ, ਇਹ 3 ਪਦ ਰਚੇ ਹੋਏ ਨੇ, ਹੁਣ ਜੋ ਕੋਈ ਅਗਲਾ ਚੌਥਾ ਪਦ ਇਹਦੇ ਮੁਤਾਬਕ ਰਚ ਦੇਵੇਗਾ
ਉਹਨੂੰ ਗੁਰਤਾ ਗੱਦੀ ਤੇ ਬਿਠਾ ਦਿਆਂਗੇ। ਸਾਰੀ ਸੰਗਤ ਵਿੱਚ ਸਨਾਟਾ ਛਾ ਗਿਆ। ਚਾਹੇ ਦੀਵਾਨ ਵਿੱਚ ਬੜੇ ਬੜੇ ਗੁਣੀ ਕਵੀ ਜਨ ਬੈਠੇ ਸੀ, ਪਰ ਕਿਸੇ ਦਾ ਹੀਆਂ ਨਾ ਪਿਆ। ਸਾਰੇ ਚੁੱਪ ਬੱਟੀ ਬੈਠੇ ਰਹੇ। ਕੋਈ ਦੇਰ ਮਗਰੋਂ ਸਤਿਗੁਰਾਂ ਨੇ ਆਪ ਪ੍ਰਿਥੀ ਚੰਦ ਨੂੰ ਸੰਬੋਧਨ ਕਰਦਿਆਂ ਕਿਹਾ, ਹੁਣ ਵੇਲਾ, ਜੇ ਕੁਝ ਕਰ ਸਕਦਾ ਤਾਂ ਆ ਲੈ ਫੜ, ਆ 3 ਚਿੱਠੀਆਂ ਦੇ ਬਰਾਬਰ ਚੌਥੀ ਚਿੱਠੀ ਲਿਖ ਦੇ, ਨਾਲ ਮਿਲਾ ਦੇ ਚੌਥਾ ਪਦਾ, ਗੁਰਤਾ ਗੱਦੀ ਤੈਨੂੰ ਦੇ ਦਿਆਂਗੇ। ਈਰਖਾ ਵਿੱਚ ਸੜਦੇ ਰਹਿਣ ਦਾ ਕੋਈ ਫਾਇਦਾ ਨਹੀਂ। ਪਰ ਪ੍ਰਿਥੀ ਚੰਦ ਕੋਲੋਂ ਕਿਵੇਂ ਬਣ ਆਵੇ? ਇਹ ਤਾਂ ਬਖਸ਼ਿਸ਼ ਹੈ, ਜਿਹਦੇ ਤੇ ਕਰ ਦੇਣ ਵਾਹਿਗੁਰੂ ਕਰ ਦੇਣ। ਜਿਸ ਉੱਪਰ ਹੋ ਜਾਵੇ ਉਹ ਸ਼ਰਮਿੰਦਗੀ ਵਿੱਚ ਹੀ ਚੁੱਪ ਖੜਾ ਰਿਹਾ। ਜਿਸ ਵਕਤ ਕੋਈ ਅੱਗੇ ਨਾ ਵਧਿਆ ਤਾਂ ਸਤਿਗੁਰਾਂ ਨੇ ਆਪ ਹੁਕਮ ਕੀਤਾ, ਪੁੱਤਰ ਜੀ ਸਾਡੀ ਆਗਿਆ ਮੰਨ ਕੇ ਅਗਲਾ ਚੌਥਾ ਪਦ ਵੀ ਉਚਾਰ ਨਾ ਕਰੋ। ਇਸ ਪ੍ਰਕਾਰ ਹੁਕਮ ਮੰਨ ਕੇ ਸੰਗਤ ਵਿੱਚ ਬੈਠਿਆਂ ਬਰਾਗ ਤੇ ਖੁਸ਼ੀ ਵਿੱਚ ਆਪ ਜੀ ਇਹ ਚੌਥਾ ਪਦ ਉਚਾਰਦੇ ਹੋਏ ਮੰਗ ਕਰਦੇ ਨੇ, ਭਾਗ ਹੋਆ ਗੁਰ ਸੰਤ ਮਿਲਾਇਆ। ਹੇ ਗਰੀਬ ਨਵਾਜ, ਜਿਸ ਵੇਲੇ ਮੇਰਾ ਭਾਗ ਆਪ ਜੀ ਦੇ ਮਿਲਾਪ ਰੂਪੀ ਫਲ ਦੇਣ ਨੂੰ ਉਦੇ ਹੋਇਆ ਤਾਂ ਆਪ ਜੀ ਦੇ ਕਿਰਪਾ ਕਰਕੇ ਸੰਤ ਜਿਹੜੇ ਸੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ, ਉਹਨਾਂ ਨਾਲ ਮਿਲਾਉਣਾ ਕੀਤਾ। ਤੇ ਉਹਨਾਂ ਸੰਤਾਂ ਦੀ ਕਿਰਪਾ ਕਰਕੇ ਚਿਰੰਕਾਲ ਮਗਰੋਂ ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਹੇ ਅਬਿਨਾਸੀ ਨਾਸ ਤੋਂ ਰਹਿਤ ਪ੍ਰਭੂ ਜੀ, ਰੱਖਿਅਕ ਵਾਹਿਗੁਰੂ ਦੇ ਸਰੂਪ ਸਤਿਗੁਰੂ ਅੰਮ੍ਰਿਤਸਰ ਰੂਪੀ ਘਰ ਵਿੱਚ ਆਪ ਦੇ ਦਰਸ਼ਨਾਂ ਨੂੰ ਪਾਉਣਾ ਕੀਤਾ। ਇਸ ਭਾਵ ਨੂੰ ਇਉਂ ਵੀ ਲੈਂਦੇ ਕਿ ਭਾਗ ਹੋਆ ਗੁਰ ਸੰਤ ਮਿਲਾਇਆ। ਜਿਸ ਵੇਲੇ ਭਾਗਾਂ ਦਾ ਫਲ ਉਦੇ ਹੋਇਆ ਤਾਂ ਸੰਤ ਬਾਬਾ ਬੁੱਢਾ ਜੀ ਨੇ, ਹੇ ਗੁਰੂ ਆਪ ਜੀ ਨਾਲ ਮੈਨੂੰ ਮਿਲਾਉਣਾ ਕੀਤਾ। ਅਥਵਾ ਭਾਗ ਹੋਆ ਜਦੋਂ ਚੰਗੇ ਭਾਗਾਂ ਨਿਸ਼ਾਨੀ ਪ੍ਰਗਟ ਹੋਈ ਤਾਂ ਸੰਤ ਸਰੂਪ ਸਤਿਗੁਰੂ ਨਾਲ ਮਿਲਾਇਆ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ। ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਆਪ ਜੀ ਦੀ ਕਿਰਪਾ ਹੋਣ ਕਰਕੇ ਮੈਂ ਆਪਣੇ ਅੰਤਹਿਕਰਨ ਰੂਪ ਘਰ ਵਿੱਚ ਅਬਿਨਾਸੀ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਹੁਣ ਮੇਰੇ ਮਨ ਦੀ ਇਹੋ ਇੱਛਾ ਜੀ, ਇੱਕ ਸੇਵ ਕਰੇ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਰ ਵੇਲੇ ਆਪਦੇ ਚਰਨਾਂ ਵਿੱਚ ਸਥਿਤ ਹੋਇਆ, ਬਸ ਹੁਣ ਸੇਵਾ ਕਰਾਂ, ਬਸ ਇਹੀ ਕਿਰਪਾ ਕਰ ਦਿਓ। ਸੇਵਾ ਕਰਦਾ ਹੋਇਆ ਪਲ ਦਾ ਚੱਸਾ ਮਾਤਰ ਵੀ ਆਪ ਤੋਂ ਮੈਂ ਕਦੇ ਨਾ ਵਿਛੜਾਂ। ਨਾਨਕ ਪਦ ਤੋਂ ਭਾਵ ਸਤਿਗੁਰੂ ਜੀ ਕਥਨ ਕਰਦੇ ਨੇ, ਕਿਉਂਕਿ ਹੁਣ ਗੁਰਤਾ ਗੱਦੀ ਦੀ ਦਾਤ ਦੇ ਚੁੱਕੇ, ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਸੀ। ਇਹ ਚੌਥਾ ਪਦਾ ਵੈਸੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਹੀ ਆਪਨੇ ਵਰਤਿਆ ਨਾਨਕ ਨਾਮ। ਇਸੇ ਕਰਕੇ ਇਹ ਗਰੀਬ ਨਿਵਾਜ ਸਤਿਗੁਰੂ, ਮੈਂ ਸੇਵਕ ਜਨ ਤਾਂ ਆਪ ਦੇ ਚਰਨਾਂ ਦਾ ਦਾਸ ਹਾਂ, ਕਿਰਪਾ ਕਰਕੇ ਆਪਣੇ ਚਰਨਾਂ ਨਾਲੋਂ ਕਦੇ ਨਾ ਵਿਛੋੜਿਓ ਮੈਨੂੰ। ਹਉ ਕੋਲੀ ਜੀਓ ਕੋਲ ਕਮਾਏ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਮੈਂ ਆਪ ਜੀ ਉੱਪਰੋਂ ਮਨ ਕਰਕੇ ਘੋਲੀ ਵਾਰ ਨੇ ਫੇਰਨੇ ਜਾਣਾ, ਬਾਣੀ ਕਰਕੇ ਵਾਰ ਨੇ ਫੇਰਨੇ ਜਾਣਾ, ਸਰੀਰ ਕਰਕੇ ਵੀ ਵਾਰ ਨੇ ਫੇਰਨੇ ਜਾਣਾ। ਮਹਾਰਾਜ ਜੀਓ, ਮੈਂ ਜਨ ਆਪ ਦਾ ਚਰਨਾਂ ਕਮਲਾਂ ਦਾ ਦਾਸ ਹਾਂ ਜੀ। ਜਿਸ ਵੇਲੇ ਪਿਤਾ ਗੁਰਦੇਵ ਜੀ ਦੀ ਆਗਿਆ ਪਾ ਕੇ ਚੌਥਾ ਪਦ ਉਚਾਰਨ ਕੀਤਾ ਤਾਂ ਗੁਰੂ ਜੀ ਸਮੇਤ ਸਾਰੀਆਂ ਸੰਗਤਾਂ ਬਹੁਤ ਪ੍ਰਸੰਨ ਹੋਈਆਂ। ਫਿਰ ਭਰੇ ਦੀਵਾਨ ਵਿੱਚ ਸਤਿਗੁਰਾਂ ਨੇ ਆਪ ਜੀ ਨੂੰ ਗੁਰਿਆਈ ਗੱਦੀ ਜਿਹੜੀ ਸੀ ਸਿਰੋਂ ਪਾ ਬਖਸ਼ਿਸ਼ ਕਰਕੇ ਸਾਰੇ ਜਗਤ ਦਾ ਗੁਰੂ ਥਾਪ ਦਿੱਤਾ। ਨਾਨਕ ਨਾਮ ਆਪ ਹੀ ਲਿਖਵਾਇਆ ਸੀ, ਲਿਖ ਦਿਓ ਹੁਣ ਵਿੱਚ, ਬਸ ਗੁਰਤਾ ਗੱਦੀ ਦੀ ਤਿਆਰੀ। ਕਿਉਂ ਕਿਹਾ ਕਿ ਪੁਰਖਾ ਜੋ ਤੇਰੀ ਇੱਛਾ ਸੇਵਾ ਕਰਨ ਦੀ ਹੈ ਤਾਂ ਇਹ ਹਰਿਮੰਦਰ ਸਾਹਿਬ ਨੂੰ ਸਾਡਾ ਹੀ ਸਰੂਪ ਜਾਣ ਕੇ ਇਹਦੀ ਸੇਵਾ ਕਰਨੀ ਹੈ। ਸੋ ਸਾਰੀ ਸੇਵਾ ਹੁਣ ਤੁਹਾਡੀ ਜ਼ਿੰਮੇਵਾਰੀ ਤੇ ਹੈ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੀ ਤੁਸੀਂ ਕਰਨੀ, ਸੇਵਾ ਮੰਗੀ ਸੀ, ਹਰਿਮੰਦਰ ਸਾਹਿਬ ਦੀ ਸੇਵਾ, ਸਰੋਵਰਾਂ ਸਾਰਿਆਂ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਮਹਾਨ ਸ਼ਹੀਦੀ ਦਿੱਤੀ ਉਹ ਵੀ ਆਪ ਦੀ ਵੱਡੀ ਸੇਵਾ, ਬੇਅੰਤ ਸੇਵਾ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਕੀਤੀ ਹੈ। ਇਉਂ ਗੁਰਾਂ ਦਾ ਪਾਵਨ ਉਪਦੇਸ਼ ਆਪਾਂ ਸ਼ਰਵਣ ਕੀਤਾ ਹੈ। ਸੋ ਇਸੇ ਕਰਕੇ ਜੋ ਗੁਰਸਿੱਖ ਗੁਰਬਾਣੀ ਅੰਮ੍ਰਿਤ ਵੇਲੇ ਪੜ੍ਹਦੇ 5 ਬਾਣੀਆਂ, ਉਹਦੇ ਨਾਲ ਸ਼ਬਦ ਹਜ਼ਾਰੇ ਜ਼ਰੂਰ ਪੜ੍ਹਦੇ ਨੇ। ਸ਼ਬਦ ਹਜ਼ਾਰਿਆਂ ਵਿੱਚ ਅਤੀ ਬੈਰਾਗ ਹੈ, ਤਿਆਗ ਹੈ, ਪਿਆਰ ਹੈ, ਸਿੱਖੀ ਹੈ। ਇਸ ਤਰ੍ਹਾਂ ਸੰਗਤਾਂ ਗੁਰਬਾਣੀ ਦੇ ਨਾਲ ਨਾਲ ਜਪਜੀ ਸਾਹਿਬ, ਪਹਿਲਾਂ ਪੁਰਾਣਾ ਨਿਤਨੇਮ ਹੁੰਦਾ ਸੀ, ਅੱਜ ਤੋਂ 30-40 ਸਾਲ 50 ਸਾਲ ਪਹਿਲਾਂ ਜਪਜੀ ਸਾਹਿਬ ਸ਼ਬਦ ਹਜ਼ਾਰੇ, ਜਾਪ ਸਾਹਿਬ ਨਾਲ 10ਵੇਂ ਪਾਤਸ਼ਾਹ ਸ਼ਬਦ ਹਜ਼ਾਰੇ। ਸੋ ਸਵਈਆਂ ਦੇ ਨਾਲ ਦੀਨਨ ਕੀ ਪ੍ਰਤਪਾਲ ਕਰੇ ਵਾਲੇ ਸਵਈਏ, ਚੌਪੀ ਸਾਹਿਬ ਨਾਲ ਛੋਟੀ ਚੌਪੀ, ਪ੍ਰਣਵਾਦ ਏਕ ਓੰਕਾਰਾ। ਫਿਰ ਗੁਰਸਿੱਖ ਪੜ੍ਹਦੇ ਹੁੰਦੇ ਸੀ ਇਸੇ ਪ੍ਰਕਾਰ ਆਨੰਦ ਸਾਹਿਬ ਦੇ ਨਾਲ 12 ਮਾਹਾਂ। ਇਸੇ ਪ੍ਰਕਾਰ ਫਿਰ ਬਾਅਦ ਵਿੱਚ ਸੁਖਮਨੀ ਆਸਾ ਦੀ ਵਾਰ, ਫਿਰ ਸੁਖਮਨੀ ਸਾਹਿਬ ਦਾ ਪਾਠ, 5 ਗ੍ਰੰਥੀ ਦਾ ਨਿਤਨੇਮ, ਇਹ ਸਾਰੇ ਪੁਰਾਣੇ ਗੁਰਸਿੱਖ ਨਿਤਨੇਮ ਕਰਿਆ ਕਰਦੇ ਸੀ। ਚਾਹੀਦਾ ਤੇ ਇਹ ਸੀ ਜਿਹੜੇ ਵੱਧ ਬਾਣੀ ਪੜ੍ਹਦੇ ਆ ਉਹਨਾਂ ਨੂੰ ਹੋਰ ਵੱਧ ਪੜ੍ਹਾਉਂਦੇ, ਜਿਹੜੇ ਘੱਟ ਪੜ੍ਹਦੇ ਨੇ ਉਹ ਹੋਰ ਜ਼ਿਆਦਾ ਵੱਧ ਪੜ੍ਹਦੇ।
पर ਜਿਹੜੇ ਘੱਟ ਪੜ੍ਹਨ ਵਾਲੇ ਸੀ ਉਹਨਾਂ ਨੇ ਸਾਰਿਆਂ ਨੂੰ ਸੱਦਾ ਦੇਤਾ, ਆਓ ਵੀ ਘੱਟ ਬਾਣੀ ਪੜ੍ਹੀਏ ਮਿਲ ਕੇ ਸਾਰੇ। ਜਿਹੜਾ ਘੱਟ ਬਾਣੀ ਪੜ੍ਹਨ ਦਾ ਉਪਦੇਸ਼ ਕਰੇ ਉਹ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਉਹ ਆਪਣਾ ਧਿਆਨ ਕਰ ਲੈਣ। ਬਾਣੀ ਹਮੇਸ਼ਾ ਵੱਧ ਪੜ੍ਹਨ ਵਾਲਾ, ਬਾਣੀ ਨਾਲ ਪਿਆਰ ਕਰਨ ਵਾਲਾ ਹੀ ਗੁਰਸਿੱਖ ਹੁੰਦਾ। ਜਿਹੜਾ ਘੱਟ ਬਾਣੀ ਪੜ੍ਹਨ ਨੂੰ ਕਹੇ ਉਹ ਸਾਡਾ ਮਿੱਤਰ ਨਹੀਂ ਹੈ, ਉਹ ਗੁਰੂ ਦਾ ਸਿੱਖ ਨਹੀਂ ਹੈ। ਵਾਹਿਗੁਰੂ 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 ਵਾਹਿਗੁਰੂ।